ਸਾਡੀ ਜ਼ਿੰਦਗੀ ਵਿੱਚ ਕੁਝ ਅਜਿਹੇ ਵਾਕਿਆਤ ਹੁੰਦੇ ਨੇ ਜਿਨ੍ਹਾਂ ਤੇ ਯਕੀਨ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ, ਪਰ ਕਈਆਂ ਦੇ ਸਬੂਤ ਮਿਲਣ ਤੇ ਉਹਨਾਂ ਨੂੰ ਸੁਣ ਕੇ ਸਾਨੂੰ ਯਕੀਨ ਕਰਨਾ ਪੈਂਦਾ ਹੈ ਤੇ ਸਾਡੇ ਲੂੰ ਕੰਡੇ ਹੋ ਜਾਂਦੇ ਨੇ ਤੇ ਦਿਮਾਗ ਦਿਲ ਤੇ ਦਹਿਸ਼ਤ ਦਾ ਰਾਜ ਹੋ ਜਾਂਦਾ ਹੈ। ਅਜਿਹਾ ਵਾਕਿਆ ਜਿਨੇ ਬਹੁਤ ਸਾਰੇ ਵਾਕਿਆਤ ਨੂੰ ਜਨਮ ਦਿੱਤਾ ਅੱਜ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਜੀਓਗ੍ਰਾਫਿਕ ਪੰਜਾਬੀ ਵਿੱਚ ਤੁਹਾਡਾ ਸਵਾਗਤ ਹੈ। ਫਲਾਈਟ 401 ਬਾਰੇ ਤੇ ਤੁਸੀਂ ਸੁਣਿਆ ਹੋਵੇਗਾ, ਜੇ ਨਹੀਂ ਜਾਣਦੇ ਤੇ ਅੱਜ ਦੀ ਵੀਡੀਓ ਜ਼ਰੂਰ ਵੇਖੋ। ਫਲਾਈਟ 401 ਨੂੰ ਭੂਤੀਆ ਜਹਾਜ਼ ਯਾਨੀ ਭੂਤਾਂ ਵਾਲਾ ਜਹਾਜ਼ ਕਿਹਾ ਜਾਂਦਾ ਹੈ, ਪਰ ਇੰਜ ਕਿਉਂ? ਅਜਿਹਾ ਕੀ ਹੋਇਆ ਕਿ ਇਸ ਫਲਾਈਟ ਨੂੰ ਭੂਤਾਂ ਵਾਲੀ ਫਲਾਈਟ ਆਖਿਆ ਜਾਣ ਲੱਗ ਪਿਆ, ਜਿਹਦੇ ਵਿੱਚ ਬਹੁਤ ਸਾਰੀਆਂ ਜਾਨਾਂ ਗਈਆਂ। 29 ਦਸੰਬਰ 1972 ਵਿੱਚ ਈਸਟਰਨ ਏਅਰਲਾਈਨ ਦੀ ਫਲਾਈਟ 401 ਬਾਰੇ ਜਾਣਕਾਰੀ ਨਹੀਂ ਰੱਖਦੇ 163 ਮੁਸਾਫਰਾਂ ਨੂੰ ਲੈ ਕੇ ਤੇ 13 ਕਰੂ ਮੈਂਬਰਾਂ ਦੇ ਨਾਲ ਰਾਤ 9:20 ਤੋਂ ਨਿਊਯਾਰਕ ਤੋਂ ਜੌਨ ਕੈਨੇਡੀ ਏਅਰਪੋਰਟ ਤੋਂ ਫਲੋਰੀਡਾ ਦੇ ਮਾਇਆਮੀ ਏਅਰਪੋਰਟ ਲਈ ਪ੍ਰਵਾਸ ਚੁੱਕਦੀ ਏ। ਉਸ ਵੇਲੇ ਇਸ ਜਹਾਜ਼ ਨੂੰ ਉਡਾ ਰਹੇ ਸਨ 55 ਸਾਲਾ ਫਲਾਈਟ ਕੈਪਟਨ ਬੌਬ ਲੌਫਟ, ਜੋ ਕਿ ਇੱਕ ਮੰਝਿਆ ਹੋਇਆ ਸਿਆਣਾ ਪਾਇਲਟ ਸੀ, ਜਿਨੇ ਤਕਰੀਬਨ 29,700 ਘੰਟੇ ਦੀ ਫਲਾਈਟ ਦਾ ਤਜਰਬਾ ਕੀਤਾ ਹੋਇਆ ਸੀ। ਇੱਥੇ ਹੀ ਇਹਨਾਂ ਦੇ ਕੋ ਪਾਇਲਟ ਦੇ ਤੌਰ ਤੇ 49 ਸਾਲ ਦੇ ਸਟਾਕ ਸਟਿਲਕ ਮੌਜੂਦ ਸਨ, ਜਿਨ੍ਹਾਂ ਨੂੰ 5800 ਫਲਾਈਟਸ ਆਵਰ ਦਾ ਤਜਰਬਾ ਸੀ। ਨਾਲ ਹੀ ਫਲਾਈਟ ਇੰਜੀਨੀਅਰ ਦਾ ਕੰਮ ਕਰ ਰਹੇ ਸਨ 51 ਸਾਲਾ ਡੌਨ ਰੈਪੋ, ਜਿਨ੍ਹਾਂ ਨੂੰ 15,700 ਘੰਟੇ ਉਡਾਨ ਦਾ ਤਜਰਬਾ ਸੀ। ਉਸ ਰਾਤ 9:20 ਤੇ ਨਿਊਯਾਰਕ ਦੇ ਜੌਨ ਕੈਨੇਡੀ ਇੰਟਰਨੈਸ਼ਨਲ ਏਅਰਪੋਰਟ ਤੋਂ ਪ੍ਰਵਾਸ ਕਰਨ ਤੋਂ ਬਾਅਦ ਜਹਾਜ਼ ਵਿੱਚ ਸਭ ਕੁਝ ਠੀਕ ਠਾਕ ਸੀ। ਸਾਰੇ ਮੁਸਾਫਰ ਬਹੁਤ ਖੁਸ਼ ਸਨ ਤੇ ਆਪਣੀ ਇਸ ਪ੍ਰਵਾਸ ਤੋਂ ਲੁਤਫ ਅੰਦੋਜ਼ ਹੋ ਰਹੇ ਸਨ। ਉੱਥੇ ਹੀ ਸਾਰੇ ਜਹਾਜ਼ ਦਾ ਅਮਲਾ ਵੀ ਆਪੋ ਆਪਣੇ ਕੰਮਾਂ ਵਿੱਚ ਰੁੱਝਿਆ ਹੋਇਆ ਸੀ। ਜਹਾਜ਼ ਨੂੰ ਉਡਾਨ ਭਰਿਆ ਹੁਣ 2 ਘੰਟੇ ਦਾ ਵੇਲਾ ਲੰਘ ਚੁੱਕਿਆ ਸੀ। ਹੁਣ ਵੇਲਾ ਹੋਇਆ ਸੀ 11:30 ਦਾ। ਇਸੇ ਵੇਲੇ ਮਾਇਆਮੀ ਏਅਰਪੋਰਟ ਤੇ ਲੈਂਡ ਕਰਨਾ ਸੀ। ਉਸੇ ਵੇਲੇ ਜਹਾਜ਼ ਦੇ ਕਪਤਾਨ ਬੌਬ ਲੌਫਟ ਨੇ ਲੈਂਡਿੰਗ ਗੇਅਰ ਲੀਵਰ ਨੂੰ ਥੱਲੇ ਕੀਤਾ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਲੈਂਡਿੰਗ ਗੇਅਰ ਜਹਾਜ਼ ਨੂੰ ਟੇਕ ਆਫ ਤੇ ਲੈਂਡਿੰਗ ਲਈ ਮਦਦ ਕਰਦਾ ਹੈ। ਲੈਂਡਿੰਗ ਗੇਅਰ ਤੇ ਨੱਪਦਿਆਂ ਹੀ ਨੋਜ਼ ਗੇਅਰ ਇੰਡੀਕੇਟਰ ਨਾਂ ਦਾ ਇੱਕ ਸਿਗਨਲ ਆਪਣਾ ਰੰਗ ਹਰਿਆ ਕਰ ਲੈਂਦਾ ਹੈ, ਯਾਨੀ ਕਿ ਠੀਕ ਹੈ। ਪਰ ਇੱਥੇ ਕੁਝ ਵੱਖਰਾ ਹੀ ਹੋ ਗਿਆ। ਕੋ ਪਾਇਲਟ ਸਟਾਕ ਸਟੀਲ ਨੇ ਉਸ ਇੰਡੀਕੇਟਰ ਵੱਲ ਵੇਖਿਆ ਤੇ ਉਹ ਤੇ ਸਬਜ਼ ਹੋਇਆ ਹੀ ਨਹੀਂ ਸੀ। ਲੀਵਰ ਦੇ ਥੱਲੇ ਹੋਣ ਦੇ ਬਾਵਜੂਦ ਵੀ ਇੰਡੀਕੇਟਰ ਬਲਿਆ ਹੀ ਨਹੀਂ ਸੀ। ਸਟਾਕ ਸਟੀਲ ਨੇ ਫੌਰਨ ਇਹ ਗੱਲ ਆਪਣੇ ਕੈਪਟਨ ਬੌਬ ਨੂੰ ਦੱਸੀ। ਕੈਪਟਨ ਬੌਬ ਨੇ ਇੱਕ ਵਾਰ ਫੇਰ ਲੀਵਰ ਨੂੰ ਚੁੱਕ ਕੇ ਥੱਲੇ ਕੀਤਾ, ਪਰ ਹੁਣ ਵੀ ਇਹ ਇੰਡੀਕੇਟਰ ਨਹੀਂ ਚੱਲਿਆ। ਦੋਵਾਂ ਪਾਇਲਟਸ ਨੂੰ ਇਹ ਸਮਝ ਨਹੀਂ ਸੀ ਆ ਰਿਹਾ ਕਿ ਇਹ ਇੰਡੀਕੇਟਰ ਕਿਉਂ ਨਹੀਂ ਬਲ ਰਿਹਾ, ਪਰ ਇਸ ਇੰਡੀਕੇਟਰ ਦੀ ਖਰਾਬੀ ਦਾ ਅੰਦਾਜ਼ਾ ਵੀ ਨਹੀਂ ਲਾ ਸਕਦੇ ਸੀ ਕਿ ਉਹ ਕਿੰਜ ਵੇਖਣ ਕਿ ਉਹਨਾਂ ਦਾ ਲੈਂਡਿੰਗ ਗੇਅਰ ਖੁੱਲਿਆ ਵੀ ਹੈ ਕਿ ਨਹੀਂ। ਜੇ ਬਿਨਾਂ ਲੈਂਡਿੰਗ ਗੇਅਰ ਦੇ ਖੁੱਲਿਆਂ ਜਹਾਜ਼ ਨੂੰ ਉਤਾਰਿਆ ਜਾਂਦਾ ਤੇ ਨੁਕਸਾਨ, ਬਹੁਤ ਵੱਡਾ ਨੁਕਸਾਨ ਯਕੀਨੀ ਸੀ। ਇਸ ਲਈ ਪਾਇਲਟ ਨੇ ਫੌਰਨ ATC ਨਾਲ ਰਾਬਤਾ ਕੀਤਾ ਤੇ ਉਹਨਾਂ ਨੂੰ ਇਸ ਬਾਰੇ ਦੱਸਿਆ ਕਿ ਉਹਨਾਂ ਦਾ ਗੇਅਰ ਕੰਮ ਨਹੀਂ ਕਰ ਰਿਹਾ। ਇਸ ਤੋਂ ਬਾਅਦ ਪਾਇਲਟ ਨੂੰ ਦੱਸ ਪਾਈ ਕਿ ਉਹ ਫੌਰਨ ਆਪਣੇ ਜਹਾਜ਼ ਨੂੰ 2000 ਫੁੱਟ ਦੀ ਉਚਾਈ ਤੇ ਲੈ ਜਾਵੇ। ਇਸ ਤੋਂ ਬਾਅਦ ਕੈਪਟਨ ਬੌਬ ਜਹਾਜ਼ ਨੂੰ 2000 ਫੁੱਟ ਦੀ ਬੁਲੰਦੀ ਤੇ ਲੈ ਗਿਆ, ਜਿੱਥੇ ਮਗਰਿਬ ਵਾਲੇ ਪਾਸੇ ਬਣੇ ਦਿਲੋਂ ਦੇ ਉੱਤੇ ਇਹ ਜਹਾਜ਼ ਚੱਕਰ ਲਾਉਂਦਾ ਰਿਹਾ। ਇਸ ਤੋਂ ਬਾਅਦ ਕੈਪਟਨ ਬੌਬ ਨੇ ਕੋ ਪਾਇਲਟ ਕੈਪਟਨ ਸਟਾਕ ਸਟੀਲ ਨੂੰ ਕਿਹਾ ਕਿ ਜਹਾਜ਼ ਨੂੰ ਆਟੋ ਪਾਇਲਟ ਮੋਡ ਵਿੱਚ ਪਾ ਕੇ ਛੱਡ ਦਿਓ। ਉਸ ਤੋਂ ਬਾਅਦ ਵੀ ਇਹ ਜਹਾਜ਼ 2000 ਫੁੱਟ ਦੀ ਬੁਲੰਦੀ ਤੇ ਉੱਡਦਾ ਰਿਹਾ। ਇਸ ਤੋਂ ਬਾਅਦ ਫਲਾਈਟ ਇੰਜੀਨੀਅਰ ਡੌਨ ਰੈਪੋ ਕੈਬਨ ਵਿੱਚ ਆਏ ਤੇ ਕੈਪਟਨ ਬੌਬ ਨੇ ਉਹਨਾਂ ਨੂੰ ਇਸ ਇੰਡੀਕੇਟਰ ਵਿੱਚ ਆਈ ਖਾਮੀ ਬਾਰੇ ਦੱਸਿਆ ਤੇ ਇੰਜੀਨੀਅਰ ਨੇ
ਨਵੇਂ ਸਿਰੇ ਤੋਂ ਇਸ ਲੀਵਰ ਗੇਅਰ ਨੂੰ ਖੋਲ ਕੇ ਵੇਖਿਆ ਤੇ ਫਿੱਟ ਕਰ ਦਿੱਤਾ, ਪਰ ਸਭ ਚੈੱਕ ਕਰਨ ਤੋਂ ਬਾਅਦ ਵੀ ਇੰਡੀਕੇਟਰ ਨਹੀਂ ਬਲਿਆ। ਇਸ ਤੋਂ ਬਾਅਦ ਉਹਨਾਂ ਨੇ ਜਹਾਜ਼ ਦੇ ਉਸ ਬਟਨ ਨੂੰ ਦਬਾਇਆ, ਜਿਸ ਤੋਂ ਬਾਅਦ ਸਾਰੀ ਵਾਰਨਿੰਗ ਲਾਈਟਸ ਆਪੇ ਹੀ ਬਲ ਜਾਂਦੀਆਂ ਨੇ, ਜਿਹਦੇ ਨਾਲ ਪਤਾ ਚੱਲਦਾ ਹੈ ਕਿ ਜਹਾਜ਼ ਦੇ ਸਾਰੇ ਪੁਰਜ਼ੇ ਸਹੀ ਕੰਮ ਕਰ ਰਹੇ ਨੇ ਜਾਂ ਨਹੀਂ। ਪਰ ਉਸ ਬਟਨ ਨੂੰ ਦਬਾਉਣ ਦੇ ਬਾਵਜੂਦ ਵੀ ਇਹ ਇੰਡੀਕੇਟਰ ਨਹੀਂ ਬਲਿਆ, ਜਿਸ ਤੋਂ ਬਾਅਦ ਕੈਪਟਨ ਬੌਬ ਨੇ ਰੈਪੋ ਨੂੰ ਹੁਕਮ ਦਿੱਤਾ ਕਿ ਉਹ ਜਹਾਜ਼ ਦੇ ਬਾਟਮ ਕੈਬਨ ਵਿੱਚ ਜਾ ਕੇ ਵੇਖੇ, ਇੱਕ ਛੋਟੀ ਜਿਹੀ ਬਾਰੀ ਵਿੱਚੋਂ ਵੇਖੇ ਕਿ ਲੈਂਡਿੰਗ ਗੇਅਰ ਖੁੱਲੇ ਨੇ ਕਿ ਨਹੀਂ। ਰੈਪੋ ਫੌਰਨ ਹੀ ਬਾਟਮ ਕੈਬਨ ਵਿੱਚ ਪਹੁੰਚਿਆ ਤੇ ਉਸ ਬਾਰੀ ਵਿੱਚੋਂ ਵੇਖਿਆ ਜਹਾਜ਼ ਦੇ ਪਿੱਛੇ ਵਾਲੇ ਲੈਂਡਿੰਗ ਗੇਅਰ ਤੇ ਖੁੱਲ ਚੁੱਕੇ ਨੇ, ਪਰ ਅਗਲਾ ਨਹੀਂ ਖੁੱਲਿਆ ਤੇ ਬਿਨਾਂ ਨੌਸ ਲੈਂਡਿੰਗ ਗੇਅਰ ਦੇ ਜਹਾਜ਼ ਨੂੰ ਉਤਾਰਨਾ ਆਪਣੇ ਆਪ ਮੁਸੀਬਤ ਦੇ ਮੂੰਹ ਵਿੱਚ ਜਾਣਾ ਹੈ, ਬਲਕਿ ਮੌਤ ਦੇ ਮੂੰਹ ਵਿੱਚ। ਇਹਨਾਂ ਦੋਵਾਂ ਦੇ ਵਿਚਕਾਰ ਤਕਰੀਬਨ 2 ਮਿੰਟ ਦਾ ਵੇਲਾ ਗੁਜ਼ਰ ਚੁੱਕਿਆ ਸੀ ਤੇ ਜਹਾਜ਼ ਆਪਣੇ ਆਪ ਹੀ 100 ਫੁੱਟ ਥੱਲੇ ਆ ਗਿਆ ਸੀ। ਪਰ ਇਸ ਗੱਲ ਤੇ ਪਾਇਲਟ ਦਾ ਧਿਆਨ ਨਹੀਂ ਗਿਆ ਤੇ ਨਾ ਹੀ ਜਹਾਜ਼ ਦੇ ਅਮਲੇ ਵਿੱਚੋਂ ਕਿਸੇ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਜਹਾਜ਼ ਹੌਲੀ-ਹੌਲੀ ਥੱਲੇ ਜਾ ਰਿਹਾ ਹੈ। ਅਗਲੇ 70 ਸੈਕਿੰਡ ਵਿੱਚ ਇਹ ਜਹਾਜ਼ 270 ਫੁੱਟ ਹੋਰ ਥੱਲੇ ਆ ਗਿਆ ਸੀ। ਇਹਦੇ ਨਾਲ ਹੀ ਜਹਾਜ਼ ਦੇ ਸਾਰੇ ਵਾਰਨਿੰਗ ਅਲਾਰਮ ਵੱਜਣੇ ਸ਼ੁਰੂ ਹੋ ਜਾਂਦੇ ਨੇ। ਹੁਣ ਜਹਾਜ਼ ਵਿੱਚ ਹਰ ਪਾਸੇ ਅਫਰਾ ਤਫਰੀ ਦਾ ਮਾਹੌਲ ਸੀ, ਖੌਫ ਸੀ, ਪਰ ਕਰੂ ਮੈਂਬਰ ਹੌਸਲਾ ਰੱਖਦਿਆਂ ਹੋਇਆਂ ਸਾਰੇ ਮੁਸਾਫਰਾਂ ਨੂੰ ਸਕੂਨ ਨਾਲ ਆਪੋ ਆਪਣੀ ਥਾਂ ਬਹਿਣ ਲਈ ਆਖਦੇ ਨੇ। ਅਗਲੇ 50 ਸੈਕਿੰਡ ਵਿੱਚ ਹੀ ਇਹ ਜਹਾਜ਼ 2000 ਫੁੱਟ ਦੀ ਬੁਲੰਦੀ ਦੀ ਬਜਾਏ ਸਿਰਫ 1000 ਫੁੱਟ ਤੱਕ ਰਹਿ ਜਾਂਦਾ ਹੈ। ਇਸ ਤੋਂ ਬਾਅਦ ਕੋ ਪਾਇਲਟ ਸਟਾਕ ਸਟੀਲਸ ਇਹਨੂੰ 180 ਡਿਗਰੀ ਤੇ ਘੁਮਾਉਂਦਾ ਹੈ, ਪਰ ਉਚਾਈ ਘੱਟ ਹੋਣ ਬਾਰੋਂ ਉਹ ਇਹਦੇ 'ਚ ਕਾਮਯਾਬ ਨਹੀਂ ਹੁੰਦਾ। ਅਗਲੇ 10 ਸੈਕਿੰਡ ਤੋਂ ਵੀ ਘੱਟ ਸਮੇਂ ਵਿੱਚ ਇਹ ਜਹਾਜ਼ ਥੱਲੇ ਆ ਕੇ ਕ੍ਰੈਸ਼ ਹੋ ਗਿਆ। ਮੌਤ ਦਾ ਇਹ ਮੰਜ਼ਰ ਕਿੰਨਾ ਭਿਆਨਕ ਹੋਵੇਗਾ, ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ। ਜਦੋਂ ਇਹ ਜਹਾਜ਼ ਜ਼ਮੀਨ ਨਾਲ ਟਕਰਾਇਆ ਸੀ ਤੇ ਇਹਦੀ ਸਪੀਡ 365 ਕਿਲੋਮੀਟਰ ਫੀ ਘੰਟਾ ਸੀ। ਜਹਾਜ਼ ਦਾ ਮਲਬਾ ਏਅਰਪੋਰਟ ਤੋਂ ਤਕਰੀਬਨ 30 ਕਿਲੋਮੀਟਰ ਦੂਰ ਜਾ ਕੇ ਮਿਲਿਆ। ਇਸ ਹਾਦਸੇ ਵਿੱਚ ਤਕਰੀਬਨ 101 ਲੋਕਾਂ ਦੀ ਮੌਤ ਹੋਈ। ਖੁਸ਼ਕਿਸਮਤੀ ਨਾਲ 75 ਲੋਕਾਂ ਦੀ ਜਾਨ ਬਚਾ ਲਈ ਗਈ, ਜਿਹਦੇ ਵਿੱਚੋਂ 67 ਮੁਸਾਫਰ ਸਨ ਤੇ 8 ਕਰੂ ਮੈਂਬਰ। ਇਸ ਤੋਂ ਬਾਅਦ ਇਸ ਹਾਦਸੇ ਵਾਸਤੇ ਇੱਕ ਕਮੇਟੀ ਬਣਾਈ ਗਈ ਇਹਦੀ ਜਾਂਚ ਪੜਤਾਲ ਲਈ। ਇਸ ਜਹਾਜ਼ ਦੇ ਮਲਬੇ ਤੋਂ ਮਿਲੇ ਜਿਹੜੇ ਸਹੀ ਪੁਰਜ਼ੇ ਸਨ ਜਾਂ ਉਹਦੇ ਹਿੱਸੇ ਸਨ, ਉਹ ਦੂਸਰੇ ਜਹਾਜ਼ਾਂ ਵਿੱਚ ਫਿੱਟ ਕਰ ਦਿੱਤੇ ਗਏ। ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਹਾਦਸਾ ਕਿਸੇ ਆਮ ਨਾਰਮਲ ਜਹਾਜ਼ ਦੀ ਤਰ੍ਹਾਂ ਹੀ ਸੀ ਜੋ ਵਾਪਰਿਆ, ਪਰ ਇਹ ਜਹਾਜ਼ ਭੂਤੀਆ ਕਿੰਜ ਹੋਇਆ ਜਾਂ ਇਹਨੂੰ ਭੂਤ ਜਹਾਜ਼ ਕਿਉਂ ਕਿਹਾ ਗਿਆ, ਇਸ ਗੱਲ ਦੀ ਜਾਂਚ ਕਰਨੇ ਆ ਅਸੀਂ। ਇਸ ਲਈ ਹੁਣ ਅਸੀਂ ਇੱਕ ਹੋਰ ਇੰਸਟੈਂਟ 에ਅਰਲਾਈਨ ਦੀ ਘਟਨਾ ਬਾਰੇ ਤੁਹਾਨੂੰ ਦੱਸਦੇ ਹਾਂ। ਟ੍ਰਾਈਸਟਾਰ 318 ਦੀ ਕਥਾ ਸੁਣਾਉਂਦੇ ਹਾਂ, ਜੋ ਹੋ ਵਾਪਰੀ। 180 ਮੁਸਾਫਰਾਂ ਨਾਲ ਭਰਿਆ ਹੋਇਆ ਇਹ ਜਹਾਜ਼ ਨਿਊਯਾਰਕ ਤੋਂ ਫਲੋਰੀਡਾ ਲਈ ਪ੍ਰਵਾਸ ਕਰਦਾ ਹੈ। ਪ੍ਰਵਾਸ ਕਰਨ ਤੋਂ ਕੁਝ ਦੇਰ ਬਾਅਦ ਹੀ ਇਸ ਜਹਾਜ਼ ਵਿੱਚ 에ਅਰ ਹੋਸਟਸ ਫੇ ਮੈਰੀਵੇਰਦਸ ਆਪਣੀ ਸੀਟ ਤੋਂ ਉੱਠਦੀ ਏ ਤੇ ਫੂਡ ਸਟੋਰ ਵੱਲ ਜਾਂਦੀ ਏ। ਫੂਡ ਸਟੋਰ ਵਿੱਚ ਜਾ ਕੇ ਮੈਰੀ ਨੇ ਜਿਵੇਂ ਹੀ ਖਾਣਾ ਗਰਮ ਕਰਨ ਵਾਲੇ ਓਵਨ ਵੱਲ ਹੱਥ ਵਧਾਇਆ ਤੇ ਸਾਹਮਣੇ ਦਾ ਨਜ਼ਾਰਾ ਵੇਖ ਕੇ ਉਹਦੀਆਂ ਸਾਹਾਂ ਰੁਕ ਗਈਆਂ। ਮੈਰੀ ਡਰ ਨਾਲ ਚੀਕ ਮਾਰਨਾ ਚਾਹੁੰਦੀ ਸੀ, ਪਰ ਉਹਦੇ ਗਲ ਵਿੱਚੋਂ ਆਵਾਜ਼ ਨਹੀਂ ਸੀ ਨਿਕਲ ਰਹੀ। ਜਿਵੇਂ ਸੁਪਨੇ ਵਿੱਚ ਅਸੀਂ ਕੋਈ ਸ਼ੈ ਫੜਨਾ ਚਾਹੁੰਦੇ ਹਾਂ, ਦੌੜਨਾ ਚਾਹੁੰਦੇ ਹਾਂ, ਬੋਲਣਾ ਚਾਹੁੰਦੇ ਹਾਂ, ਪਰ ਚਾਹ ਕੇ ਵੀ ਅਸੀਂ ਉਹ ਨਹੀਂ ਕਰ ਸਕਦੇ। ਇਹੋ ਹੀ ਹਾਲ ਮੈਰੀ ਦਾ ਸੀ, ਪਰ ਜਿਉਂਦੀਆਂ ਅੱਖਾਂ ਨਾਲ ਹਕੀਕਤ ਵੇਖ ਰਹੀ ਸੀ। ਤੁਸੀਂ ਸੋਚ ਰਹੇ ਹੋਵੋਗੇ ਕਿ ਆਖਰ ਮੈਰੀ ਨੇ ਐਸਾ ਕੀ ਵੇਖਿਆ। ਅਸਲ ਵਿੱਚ ਓਵਨ ਦੇ ਪਿੱਛੇ ਲੱਗੇ ਸ਼ੀਸ਼ੇ ਵਿੱਚ ਇੱਕ ਸ਼ਕਲ ਦਿਸ ਰਹੀ ਸੀ ਜੋ ਬੇਹੱਦ ਜ਼ਿਆਦਾ ਡਰਾਉਣੀ ਸੀ। ਨਾਲ ਹੀ ਉਸ ਡਰਾਉਣੇ ਚਿਹਰੇ ਦੀਆਂ ਅੱਖਾਂ ਹਰਕਤ ਕਰ ਰਹੀਆਂ ਸਨ। ਮੈਰੀ ਉਹਨੂੰ ਕੁਝ ਕਹਿਣਾ ਚਾਹੁੰਦੀ ਸੀ, ਪਰ ਮੈਰੀ ਦੀ ਤੇ ਆਵਾਜ਼ ਹੀ ਨਹੀਂ ਸੀ ਨਿਕਲ ਰਹੀ। ਆਖਰ ਮੈਰੀ ਨੇ ਡਰਦਿਆਂ ਮਾਰਿਆਂ ਆਪਣੀਆਂ ਅੱਖਾਂ ਹੀ ਬੰਦ ਕਰ ਲਈਆਂ। ਫਿਰ ਕੁਝ ਦੇਰ ਬਾਅਦ ਉਹਨੇ ਅੱਖਾਂ ਖੋਲ੍ਹੀਆਂ
ਤੇ ਸਭ ਠੀਕ ਸੀ। ਉਹ ਚਿਹਰਾ ਵੀ ਹੁਣ ਉੱਥੋਂ ਗਾਇਬ ਹੋ ਚੁੱਕਿਆ ਸੀ। ਮੈਰੀ ਨੇ ਸੋਚਿਆ ਸ਼ਾਇਦ ਇਹ ਸਾਰਾ ਉਹਦਾ ਵਹਿਮ ਹੋਵੇ। ਇਹ ਸੋਚਦਿਆਂ ਜਿਵੇਂ ਹੀ ਉਹਨੇ ਇੱਕ ਵਾਰ ਫੇਰ ਓਵਨ ਵੱਲ ਹੱਥ ਵਧਾਇਆ ਤੇ ਕੀ ਵੇਖਦੀ ਏ, ਉਹੀ ਚਿਹਰਾ ਹੁਣ ਨਾ ਸਿਰਫ ਉਹਦੀਆਂ ਅੱਖਾਂ ਬਲਕਿ ਉਹਦੇ ਬੁੱਲ ਵੀ ਹਰਕਤ ਕਰ ਰਹੇ ਸਨ, ਜਿਵੇਂ ਮੈਰੀ ਨੂੰ ਉਹ ਕੁਝ ਦੱਸਣਾ ਚਾਹ ਰਹੇ ਸਨ। ਮੈਰੀ ਨੂੰ ਕੁਝ ਦੇਰ ਲਈ ਤੇ ਇਹ ਲੱਗਾ ਜਿਵੇਂ ਉਹ ਕਿਸੇ ਹੋਰ ਦੁਨੀਆ ਵਿੱਚ ਆ ਗਈ ਏ, ਪਰ ਉਹ ਆਪਣੇ ਆਪ ਨੂੰ ਸੰਭਾਲਦਿਆਂ ਹੋਇਆ ਸਿੱਧਾ ਫਲਾਈਟ ਦੇ ਇੰਜੀਨੀਅਰ ਕੋਲ ਪਹੁੰਚੀ ਤੇ ਉਹਨੂੰ ਇਹ ਸਾਰਾ ਵਾਕਿਆ ਦੱਸਿਆ। ਕੁਝ ਦੇਰ ਲਈ ਤੇ ਫਲਾਈਟ ਇੰਜੀਨੀਅਰ ਨੂੰ ਵੀ ਮੈਰੀ ਦੀ ਇਸ ਗੱਲ ਤੇ ਯਕੀਨ ਨਾ ਆਇਆ, ਪਰ ਜਿਵੇਂ ਹੀ ਮੈਰੀ ਨਾਲ ਉਹ ਫੂਡ ਸਟੋਰ ਵਿੱਚ ਪਹੁੰਚਿਆ ਤੇ ਇੰਜੀਨੀਅਰ ਦੇ ਹੋਸ਼ ਉੱਡ ਗਏ। ਉਹ ਚਿਹਰਾ ਅਸਲ ਵਿੱਚ ਹੀ ਓਵਨ ਵਿੱਚ ਲੱਗੇ ਸ਼ੀਸ਼ੇ ਵਿੱਚ ਨਜ਼ਰ ਆ ਰਿਹਾ ਸੀ। ਹੁਣ ਤੇ ਇਹ ਚਿਹਰਾ ਬੋਲ ਵੀ ਰਿਹਾ ਸੀ। ਫਲਾਈਟ ਇੰਜੀਨੀਅਰ ਤੇ ਮੈਰੀ ਨੂੰ ਇਹ ਚਿਹਰਾ ਬੋਲ ਕੇ ਚੇਤਾਵਨੀ ਦੇ ਰਿਹਾ ਸੀ, ਹੁਸ਼ਿਆਰ ਹੋ ਜਾਓ, ਇਸ ਜਹਾਜ਼ ਵਿੱਚ ਥੋੜੀ ਦੇਰ ਬਾਅਦ ਅੱਗ ਲੱਗਣ ਵਾਲੀ ਏ। ਇੰਨਾ ਕਹਿ ਕੇ ਉਹ ਚਿਹਰਾ ਇੱਕ ਵਾਰ ਫੇਰ ਉੱਥੋਂ ਗਾਇਬ ਹੋ ਗਿਆ। ਮੈਰੀ ਨੂੰ ਹੁਣ ਤੱਕ ਸਮਝ ਨਹੀਂ ਸੀ ਆ ਰਿਹਾ ਕਿ ਆਖਰ ਇਹ ਚਿਹਰਾ ਕਿਹਦਾ ਏ, ਪਰ ਫਲਾਈਟ ਇੰਜੀਨੀਅਰ ਨੇ ਫੌਰਨ ਇਸ ਚਿਹਰੇ ਨੂੰ ਪਛਾਣ ਲਿਆ ਸੀ। ਦਰਅਸਲ ਇਹ ਚਿਹਰਾ ਫਲਾਈਟ 401 ਜੋ ਕ੍ਰੈਸ਼ ਹੋ ਗਈ ਸੀ, ਉਹਦੇ ਇੰਜੀਨੀਅਰ ਡੌਨ ਡਰੈਪੋ ਦਾ ਸੀ। ਜੀ, ਤੁਸੀਂ ਸਹੀ ਸੁਣਿਆ, ਉਹਨਾਂ ਨੂੰ ਚੇਤਾਵਨੀ ਦੇਣ ਵਾਲਾ ਉਹ ਚਿਹਰਾ ਹੋਰ ਨਹੀਂ, ਇੰਜੀਨੀਅਰ ਡੌਨ ਡਰੈਪੋ ਦਾ ਭੂਤ ਹੀ ਸੀ। ਉਸ ਤੋਂ ਫੌਰਨ ਬਾਅਦ ਫਲਾਈਟ ਇੰਜੀਨੀਅਰ ਤੇ ਮੈਰੀ ਨੂੰ ਸਾਰਿਆਂ ਨੂੰ ਸੱਦਿਆ ਤੇ ਉਹਨਾਂ ਨੂੰ ਇਹ ਗੱਲ ਦੱਸੀ, ਪਰ ਉਹਨਾਂ ਦੀ ਗੱਲ ਤੇ ਕਿਸੇ ਨੇ ਵੀ ਇਤਬਾਰ ਨਾ ਕੀਤਾ। ਇਸ ਤੋਂ ਬਾਅਦ ਜਿਵੇਂ ਹੀ ਫਲਾਈਟ ਅੱਗੇ ਵਧੀ ਤੇ ਮੈਕਸੀਕੋ ਦੇ ਕੋਲ ਪਾਇਲਟ ਨੇ ਜਹਾਜ਼ ਦੇ ਇੰਜਣ ਵਿੱਚ ਕੁਝ ਗੜਬੜ ਮਹਿਸੂਸ ਕੀਤੀ। ਇੰਜਣ ਦੇ ਠੀਕ ਤਰ੍ਹਾਂ ਕੰਮ ਨਾ ਕਰਨ ਤੇ ਫਲਾਈਟ ਨੂੰ ਦੁਬਾਰਾ ਵਾਪਸ ਨਿਊਯਾਰਕ ਵੱਲ ਮੋੜ ਦਿੱਤਾ ਗਿਆ। ਨਿਊਯਾਰਕ ਪਹੁੰਚ ਕੇ ਇਸ ਜਹਾਜ਼ ਨੇ ਬਾਹਿਫਾਜ਼ਤ ਲੈਂਡਿੰਗ ਕਰ ਲਈ। ਜਹਾਜ਼ ਦੀ ਮੁਰੰਮਤ ਕਰਨ ਤੋਂ ਬਾਅਦ ਉਹਦੀ ਟੈਸਟ ਪ੍ਰਵਾਜ਼ ਲਈ ਉਹਨੂੰ ਉਡਾਇਆ ਗਿਆ, ਪਰ ਜਹਾਜ਼ ਨੇ ਜਿਵੇਂ ਹੀ ਉਡਾਨ ਭਰੀ ਤੇ ਉਹਦੇ ਖੱਬੇ ਪਾਸੇ ਦਾ ਇੰਜਣ ਹਵਾ ਵਿੱਚ ਹੀ ਬਲਾਸਟ ਹੋ ਗਿਆ, ਜਿਹਨੂੰ ਵੇਖ ਕੇ ਸਾਰਿਆਂ ਦੀਆਂ ਸਾਹਾਂ ਉੱਤੇ ਦੀਆਂ ਉੱਤੇ ਤੇ ਥੱਲੇ ਦੀਆਂ ਥੱਲੇ ਰਹਿ ਗਈਆਂ। ਇਹ ਹਾਦਸਾ ਵੇਖ ਕੇ ਫਲਾਈਟ ਇੰਜੀਨੀਅਰ ਤੇ ਮੈਰੀ ਨੂੰ ਡੌਨ ਡਰੈਪੋ ਦੀ ਗੱਲ ਬਾਰ-ਬਾਰ ਯਾਦ ਆ ਰਹੀ ਸੀ ਤੇ ਉਹਦੇ ਤੇ ਯਕੀਨ ਆ ਗਿਆ ਤੇ ਉਹ ਇਹ ਸੋਚ ਰਹੇ ਸਨ ਜੇ ਉਹ ਜਹਾਜ਼ 'ਚ ਬੈਠੇ ਹੁੰਦੇ ਤੇ ਹੁਣ ਤੱਕ ਪਤਾ ਨਹੀਂ ਕਿੱਥੇ ਹੁੰਦੇ, ਸ਼ਾਇਦ ਕਿਸੇ ਨੂੰ ਵੀ ਨਾ ਲੱਭਦੇ। ਇਸ ਤਰ੍ਹਾਂ ਦੇ ਅਜੀਬ ਜਹਾਜ਼ ਦੇ ਹਾਦਸੇ ਕਾਰਨ ਹੀ ਦ ਗੋਸਟ ਫਲਾਈਟ ਆਫ 401 ਆਖਿਆ ਜਾਂਦਾ ਹੈ। ਇੰਨਾ ਹੀ ਨਹੀਂ, ਸੰਨ 1978 ਵਿੱਚ ਇਸ ਘਟਨਾ ਤੋਂ ਬਾਅਦ ਦ ਗੋਸਟ ਆਫ ਫਲਾਈਟਸ 401 ਨਾਂ ਦੀ ਇੱਕ ਮੂਵੀ ਵੀ ਬਣਾਈ ਗਈ। ਨਾਲ ਹੀ ਤੁਹਾਨੂੰ ਇੱਕ ਡਰਾਉਣੀ ਗੱਲ ਹੋਰ ਵੀ ਦੱਸ ਦਈਏ ਜੋ ਹਕੀਕਤ ਵਿੱਚ ਸੱਚ ਹੈ। ਜਿਹੜਾ ਓਵਨ ਫਲਾਈਟ 318 ਵਿੱਚ ਲਾਇਆ ਗਿਆ ਸੀ, ਉਹ ਓਵਨ ਉਹੀ 401 ਫਲਾਈਟ ਦੀ ਕ੍ਰੈਸ਼ਿੰਗ ਤੋਂ ਬਾਅਦ ਉਹਦੇ ਵਿੱਚੋਂ ਨਿਕਲਿਆ ਤੇ ਕੰਮ ਕਰ ਰਿਹਾ ਸੀ, ਜੋ ਇਸ ਜਹਾਜ਼ ਵਿੱਚ ਲਾ ਦਿੱਤਾ ਗਿਆ ਸੀ। ਸ਼ਾਇਦ ਹੁਣ ਤੁਹਾਨੂੰ ਇਹਨਾਂ ਦੋਵਾਂ ਜਹਾਜ਼ਾਂ ਤੇ ਹਾਦਸਿਆਂ ਦੇ ਵਿਚਕਾਰਲਾ ਲਿੰਕ ਸਮਝ ਆ ਗਿਆ ਹੋਵੇ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਸੀ। ਇਹਦਾ ਲਿੰਕ ਜਦੋਂ ਇਹ ਭੂਤੀਆ ਹਾਦਸਾ ਹੋਇਆ ਫਲਾਈਟ 401 ਦੇ ਹਾਦਸੇ ਤੋਂ ਬਾਅਦ ਕਈ ਵਾਰੀ ਇਹੋ ਜਿਹੇ ਹਾਦਸੇ ਵੇਖਣ ਨੂੰ ਮਿਲੇ ਸਨ। ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਘਟਨਾ ਈਸਟਰਨ ਏਅਰਲਾਈਨ ਦੇ ਵਾਈਸ ਪ੍ਰੈਜ਼ੀਡੈਂਟ ਦੇ ਨਾਲ ਘਟੀ। ਇਹ ਗੱਲ 1973 ਦੀ ਹੈ, ਜਦੋਂ ਈਸਟਰਨ ਏਅਰਲਾਈਨ ਦੇ ਵਾਈਸ ਪ੍ਰੈਜ਼ੀਡੈਂਟ ਫਲਾਈਟ 318 ਤੋਂ ਯਾਤਰਾ ਕਰ ਰਹੇ ਸਨ। ਉਹਨਾਂ ਦੇ ਨਾਲ ਦੀ ਸੀਟ ਤੇ ਪਾਇਲਟ ਦੀ ਡਰੈਸ ਪਾ ਕੇ ਫਲਾਈਟ ਦਾ ਕੈਪਟਨ ਬੈਠਾ ਹੋਇਆ ਸੀ। ਦੋਵਾਂ ਵਿਚਕਾਰ ਬੜੀ ਸੋਹਣੀ ਗੱਪਸ਼ਪ ਲੱਗ ਰਹੀ ਸੀ। ਤਾਂਹੀਓ ਇੱਕਦਮ ਵਾਈਸ ਪ੍ਰੈਜ਼ੀਡੈਂਟ ਨੂੰ ਮਹਿਸੂਸ ਹੋਇਆ, ਜੇ ਪਾਇਲਟ ਮੇਰੇ ਕੋਲ ਬੈਠਾ ਹੋਇਆ ਹੈ ਤੇ ਜਹਾਜ਼ ਕੌਣ ਉਡਾ ਰਿਹਾ ਹੈ। ਇਹ ਸੋਚਦੇ ਹੀ ਵਾਈਸ ਪ੍ਰੈਜ਼ੀਡੈਂਟ ਉਸੇ ਵੇਲੇ ਉੱਠਿਆ ਤੇ ਜਹਾਜ਼ ਦੇ ਕੈਬਿਨ ਵਿੱਚ ਚਲਾ ਗਿਆ। ਪਰ ਉੱਥੋਂ ਉੱਠਣ ਤੋਂ ਪਹਿਲੇ ਉਹਨੇ ਗੌਰ ਨਾਲ ਇੱਕ ਵਾਰੀ ਆਪਣੇ ਨਾਲ ਬੈਠੇ ਕੈਪਟਨ ਨੂੰ ਵੇਖਿਆ। ਜਿਵੇਂ ਹੀ ਇਹਦੀ ਨਜ਼ਰ ਇਸ ਚਿਹਰੇ ਤੇ ਪਈ ਤੇ ਉਹਦੀ ਹਾਲਤ ਖਰਾਬ ਹੋ ਗਈ, ਕਿਉਂਕਿ ਵਾਈਸ ਪ੍ਰੈਜ਼ੀਡੈਂਟ ਇਸ ਚਿਹਰੇ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਦਰਅਸਲ ਇਹ ਚਿਹਰਾ ਫਲਾਈਟ 401 ਦੇ ਕੈਪਟਨ ਬੌਬ ਲੌਫਟ ਦਾ ਸੀ, ਜਿਹਨੂੰ ਮਰੇ ਹੋਏ ਤਕਰੀਬਨ 1 ਸਾਲ ਦਾ ਵੇਲਾ ਗੁਜ਼ਰ ਚੁੱਕਿਆ ਸੀ। ਉਹੀ ਬੌਬ ਲੌਫਟ ਦਾ ਭੂਤ ਕੈਪਟਨ ਦੇ ਲਿਬਾਸ ਵਿੱਚ ਉਹਦੇ ਨਾਲ ਬੈਠਾ ਗੱਪਸ਼ਪ ਲਾ ਰਿਹਾ ਸੀ। ਖੈਰ, ਇਸ ਤੋਂ ਬਾਅਦ ਵਾਈਸ ਪ੍ਰੈਜ਼ੀਡੈਂਟ ਫੌਰਨ ਉੱਠ ਕੇ
ਪਾਇਲਟ ਦੇ ਕੈਬਨ ਵਿੱਚ ਪਹੁੰਚਿਆ। ਸਾਰਾ ਵਾਕਿਆ ਉਹਨਾਂ ਪਾਇਲਟਸ ਨੂੰ ਦੱਸਿਆ। ਜਦੋਂ ਪਾਇਲਟ ਬੌਬ ਲੌਫਟ ਦੇ ਭੂਤ ਨੂੰ ਵੇਖਣ ਉੱਥੇ ਪਹੁੰਚੇ ਤੇ ਉੱਥੋਂ ਗਾਇਬ ਹੋ ਚੁੱਕਿਆ ਸੀ। ਇਹੋ ਜਿਹੀ ਇੱਕ ਘਟਨਾ ਟ੍ਰਾਈਸਟਾਰ 381 ਵਿੱਚ ਇੱਕ ਹੋਰ ਹਾਦਸਾ ਹੋਇਆ ਜਦੋਂ ਇਸ ਜਹਾਜ਼ ਦੇ ਫਲਾਈਟ ਇੰਜੀਨੀਅਰ ਰੂਟੀਨ ਟੈਸਟ ਵਾਸਤੇ ਜਹਾਜ਼ ਦੇ ਕੈਬਨ ਵਿੱਚ ਗਏ, ਲੇਕਿਨ ਕੈਬਨ ਵਿੱਚ ਜਾਂਦਿਆਂ ਹੀ ਉਹਦੀਆਂ ਸਾਹਾਂ ਰੁਕ ਗਈਆਂ। ਇਹ ਇਸ ਲਈ ਕਿ ਫਲਾਈਟ ਦੇ ਕੈਬਨ ਵਿੱਚ ਡੌਨ ਰੈਪੋ ਦਾ ਭੂਤ ਬੈਠਾ ਵਿਖਾਈ ਦਿੱਤਾ। ਫਲਾਈਟ ਇੰਜੀਨੀਅਰ ਨੂੰ ਵੇਖਣ ਤੋਂ ਬਾਅਦ ਡੌਨ ਰੈਪੋ ਦਾ ਭੂਤ ਉੱਠਿਆ ਤੇ ਉਹਨੂੰ ਦੱਸਿਆ ਕਿ ਜਹਾਜ਼ ਵਿੱਚ ਸਭ ਕੁਝ ਠੀਕ ਹੈ। ਇਹਨਾਂ ਕਹਿ ਕੇ ਉਹ ਜਹਾਜ਼ ਦੇ ਪਿਛਲੇ ਦਰਵਾਜ਼ੇ ਤੋਂ ਕਿਤੇ ਗਾਇਬ ਹੋ ਗਿਆ। ਜਦੋਂ ਇਸ ਤਰ੍ਹਾਂ ਦੇ ਹਾਦਸਾਤ ਵਧਣ ਲੱਗੇ ਤੇ ਕੰਪਨੀ ਨੇ ਇਹੋ ਜਿਹੇ ਵਾਕਿਆਤ ਦਾ ਪਤਾ ਲਾਉਣ ਲਈ ਇੱਕ ਜਾਂਚ ਕਮੇਟੀ ਬਣਾਈ। ਹੁਣ ਇਸ ਖੋਜ ਕਮੇਟੀ ਦਾ ਇੱਕ ਮੈਂਬਰ ਮਾਇਆਮੀ ਤੋਂ ਐਟਲਾਂਟਾ ਦੀ ਯਾਤਰਾ ਲਈ ਨਿਕਲਿਆ ਤੇ ਉਹਨੂੰ ਵੀ ਪਾਇਲਟ ਦੇ ਕੈਬਨ ਵਿੱਚ ਡੌਨ ਰੈਪੋ ਦਾ ਭੂਤ ਕੰਮ ਕਰਦਾ ਹੋਇਆ ਨਜ਼ਰੀ ਆਇਆ। ਈਸਟਰਨ 에ਅਰਲਾਈਨ 401 ਦੇ ਕ੍ਰੈਸ਼ ਹੋਣ ਤੇ ਉਸ ਤੋਂ ਬਾਅਦ ਹੋਣ ਵਾਲੇ ਵਾਕਿਆਤ ਜੌਨ ਲੀ ਫੁਲਰ ਦੁਆਰਾ ਨੇ ਦ ਗੋਸਟ ਆਫ ਫਲਾਈਟ 401 ਇੱਕ ਕਿਤਾਬ ਵੀ ਲਿਖੀ। ਇਸ ਕਿਤਾਬ ਵਿੱਚ ਦੱਸਿਆ ਗਿਆ ਕਿ 에ਅਰਲਾਈਨ 401 ਕ੍ਰੈਸ਼ ਹੋਣ ਤੋਂ ਬਾਅਦ ਕਈ ਜਹਾਜ਼ਾਂ ਦੇ ਵਿੱਚ ਭੂਤੀਆ ਵਾਕਿਆਤ ਹੋ ਚੁੱਕੇ ਨੇ। ਜਿਨ੍ਹਾਂ ਜਹਾਜ਼ਾਂ ਵਿੱਚ ਭੂਤੀਆ ਵਾਕਿਆਤ ਹੋਏ ਕਿਉਂਕਿ ਉਹਨਾਂ ਜਹਾਜ਼ਾਂ ਵਿੱਚ ਫਲਾਈਟ 401 ਦੇ ਜਿਹੜੇ ਬਚੇ ਹੋਏ ਪੁਰਜ਼ੇ ਸਹੀ ਹਾਲਤ ਵਿੱਚ ਸਨ ਤੇ ਉਹਨਾਂ ਨੂੰ ਉਹਨਾਂ ਜਹਾਜ਼ਾਂ ਦੇ ਖਰਾਬ ਪੁਰਜ਼ਿਆਂ ਦੀ ਜਗ੍ਹਾ ਰਿਪਲੇਸ ਕੀਤਾ ਗਿਆ। ਸ਼ਾਇਦ ਇਹੋ ਵਜ੍ਹਾ ਸੀ ਕਿ ਉਹ ਪੁਰਜ਼ੇ ਅਜਿਹੇ ਸਨ ਜਿਨ੍ਹਾਂ ਵਿੱਚ ਸ਼ਾਇਦ ਕਿਸੇ ਨਾ ਕਿਸੇ ਦੀ ਰੂਹ ਸੀ ਤੇ ਉਹਨਾਂ ਜਹਾਜ਼ਾਂ ਵਿੱਚ ਇਹ ਭੂਤੀਆ ਵਾਕਿਆਤ ਵੇਖਣ ਨੂੰ ਮਿਲੇ। ਖੈਰ, ਜੋ ਕੁਝ ਵੀ ਹੋਵੇ, ਕਿਤੇ ਨਾ ਕਿਤੇ ਡੌਨ ਰੈਪੋ ਦੇ ਮਰਨ ਤੋਂ ਬਾਅਦ ਡੌਨ ਰੈਪੋ ਨੇ ਆਪਣਾ ਫਰਜ਼ ਪੂਰਾ ਕੀਤਾ ਤੇ ਫਲਾਈਟ ਇੰਜੀਨੀਅਰਸ ਨੂੰ ਸਾਵਧਾਨ ਕਰਦਾ ਰਿਹਾ ਕੁਝ ਅਜਿਹੇ ਵਾਕਿਆਤ ਤੋਂ ਜੋ ਉਹਨਾਂ ਨੂੰ ਪਤਾ ਨਹੀਂ ਸੀ ਤੇ ਕਈ ਲੋਕਾਂ ਦੀ ਜ਼ਿੰਦਗੀ ਵੀ ਬਚਾਈ। ਨਹੀਂ ਤੇ ਉਸ ਦਿਨ ਫਲਾਈਟ 318 ਦਾ ਵੀ ਉਹ ਹਾਲ ਹੁੰਦਾ ਜੋ 401 ਦਾ ਹੋਇਆ ਸੀ। ਅੱਜ ਦੀ ਡਾਕੂਮੈਂਟਰੀ ਤੁਹਾਨੂੰ ਕਿੰਝ ਦੀ ਲੱਗੀ? ਕਮੈਂਟ ਬਾਕਸ ਵਿੱਚ ਜਾ ਕੇ ਆਪਣੀ ਰਾਏ ਜ਼ਰੂਰ ਦਿਓ। ਜੀਓਗ੍ਰਾਫਿਕ ਪੰਜਾਬੀ ਦੁਨੀਆ ਵਿੱਚ ਵਸਦੇ ਸਮੂਹ ਪੰਜਾਬੀਆਂ ਦਾ ਮਾਲੂਮਾਤੀ ਚੈਨਲ।